ਜਦੋਂ ਅਸੀਂ ਨਾਰੀ ਸਸ਼ਕਤੀਕਰਨ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਸਿਰਫ ਔਰਤਾਂ ਦੀ ਸਿੱਖਿਆ ਜਾਂ ਫਿਰ ਰੁਜ਼ਗਾਰ ਕਮਾਈ ਦੇ ਸਾਧਨ ਨਹੀਂ ਆਉਂਦੇ, ਸਗੋਂ ਉਸ ਦੇ ਵਿੱਚ ਔਰਤਾਂ ਵਿੱਚ ਉਹ ਖਾਸ ਹੁਨਰ ਅਤੇ ਕਾਬਲੀਅਤ ਵੀ ਆਉਂਦੀ ਹੈ ਜੋ ਉਹਨਾਂ ਨੂੰ ਮੁਸ਼ਕਿਲਾਂ ਅਤੇ ਚੁਣੌਤੀਆਂ ਦਾ ਡਟ ਕੇ ਸਾਹਮਣਾ ਕਰਨ ਦੇ ਕਾਬਿਲ ਬਣਾਉਂਦੀ ਹੈ। ਨਮਸਕਾਰ ਜੀ, ਮੈਂ ਹਾਂ ਰਮਨਪ੍ਰੀਤ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਆ ਛੂ ਲੈ ਜ਼ਿੰਦਗੀ। ਤੁਸੀਂ ਜਾਣਦੇ ਹੋ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਔਰਤਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਔਰਤਾਂ ਦੀ ਜ਼ਿੰਦਗੀ ਨਾਲ ਸਾਂਝ ਪਾਉਂਦੇ ਹਾਂ ਜਿਹੜੀਆਂ ਆਪਣੀ ਜ਼ਿੰਦਗੀ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਕੇ ਦਲੇਰੀ ਨਾਲ ਜੇਤੂ ਬਣਦੀਆਂ ਨੇ, ਪਰਿਵਾਰ ਦਾ ਸਹਾਰਾ ਬਣਦੀਆਂ ਨੇ ਅਤੇ ਸਮਾਜ ਵਾਸਤੇ ਇੱਕ ਪ੍ਰੇਰਨਾ ਸਰੋਤ। ਆਓ ਚੱਲਦੇ ਹਾਂ ਅੱਜ ਦੇ ਸਫ਼ਰ ਤੇ। ਆਓ ਮਿਲਦੇ ਹਾਂ ਰੀਨਾ ਹੁਰਾ ਨੂੰ, ਜੋ ਜਲੰਧਰ ਕੈਂਟ ਦੇ ਰੇਲਵੇ ਸਟੇਸ਼ਨ ਤੇ ਆਪਣਾ ਇੱਕ ਫੂਡ ਕਾਰਨਰ ਚਲਾਉਂਦੇ ਨੇ। ਰੀਨਾ ਦਿੱਲੀ ਦੇ ਇੱਕ ਅਮੀਰ ਅਤੇ ਪੜ੍ਹੇ ਲਿਖੇ ਪਰਿਵਾਰ ਵਿੱਚ ਪੈਦਾ ਹੋਏ ਅਤੇ ਵਿਆਹ ਤੋਂ ਬਾਅਦ ਜਲੰਧਰ ਆ ਵਸੇ। ਉਹਨਾਂ ਦੇ ਪਤੀ ਦਾ ਚੰਗਾ ਕਾਰੋਬਾਰ ਸੀ, ਜਿਸ ਕਰਕੇ ਜ਼ਿੰਦਗੀ ਬਹੁਤ ਵਧੀਆ ਚੱਲੀ। 2 ਬੱਚੇ ਹੋਏ, ਇੱਕ ਪੁੱਤਰ ਅਤੇ ਇੱਕ ਧੀ। ਛੋਟਾ ਪਰਿਵਾਰ, ਸੁਖੀ ਪਰਿਵਾਰ। ਪਰ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। 2009 ਵਿੱਚ ਰੀਨਾ ਹੁਰਾਂ ਦੇ ਪਤੀ ਦੀ ਅਚਾਨਕ ਮੌਤ ਹੋ ਗਈ ਅਤੇ ਆਰੰਭ ਹੋ ਗਿਆ ਇੱਕ ਲੰਬਾ ਸੰਘਰਸ਼। ਬੱਚਿਆਂ ਨੂੰ ਪਾਲਣਾ, ਰੋਜ਼ਮਰਾ ਦੀਆਂ ਜ਼ਰੂਰਤਾਂ ਲਈ ਸਾਧਨ ਜੁਟਾਉਣੇ ਤੱਕ ਵੀ ਔਖੇ ਹੋ ਗਏ। 10+2 ਤੱਕ ਦੀ ਕੀਤੀ ਪੜ੍ਹਾਈ ਦੇ ਸਹਾਰੇ ਵੀ ਕੋਈ ਨੌਕਰੀ ਨਾ ਮਿਲੀ ਤਾਂ ਉਹਨਾਂ ਨੇ ਖਾਣਾ ਬਣਾ ਕੇ ਵੇਚਣ ਦਾ ਕੰਮ ਆਰੰਭ ਕੀਤਾ। ਇਸ ਕੰਮ ਵਿੱਚ 16 ਸਾਲ ਤੱਕ ਦੀ ਮਿਹਨਤ ਕਰਕੇ ਉਹਨਾਂ ਨੇ ਆਪਣੇ ਦੋਵੇਂ ਬੱਚੇ ਪੜ੍ਹਾਏ ਅਤੇ ਉਹਨਾਂ ਨੂੰ ਇੱਕ ਚੰਗੀ ਜ਼ਿੰਦਗੀ ਦਿੱਤੀ। ਅੱਜ ਉਹ ਕੈਂਟ ਰੇਲਵੇ ਸਟੇਸ਼ਨ ਤੇ ਖਾਣੇ ਦੀ ਰੇਹੜੀ ਚਲਾਉਂਦੇ ਨੇ, ਦਲੇਰੀ ਨਾਲ ਆਪਣੀ ਜ਼ਿੰਦਗੀ ਜੀ ਰਹੇ ਨੇ ਅਤੇ ਕਈ ਹੋਰ ਲੋਕਾਂ ਨੂੰ ਵੀ ਰੋਜ਼ਗਾਰ ਕਰਨ ਲਈ ਮਦਦ ਕਰ ਰਹੇ ਨੇ। ਇਸ ਵੇਲੇ ਜਿਹੜੀ ਥਾਂ ਤੇ ਮੈਂ ਖੜੀ ਹਾਂ ਉਸ ਥਾਂ ਦੇ ਉੱਪਰ ਪਰੌਂਠਿਆਂ ਦੀ ਅਤੇ ਤਾਜ਼ੇ ਪੱਕਦੇ ਫੁਲਕਿਆਂ ਦੀ ਮਹਿਕ ਆ ਰਹੀ ਹੈ। ਅਦਰਕ ਪਿਆ ਹੋਇਆ ਚਾਹ ਦੇ ਵਿੱਚ ਉਹਦੀ ਖੁਸ਼ਬੂ ਵੀ ਮੇਰੇ ਜ਼ਿਹਨ 'ਚ ਆ ਰਹੀ ਹੈ ਤੇ ਇੱਕ ਬਹੁਤ ਪਿਆਰੀ ਸਮਾਈਲ ਵਾਲੀ ਮਹਿਲਾ ਸਾਡੇ ਅੱਜ ਦੇ ਪ੍ਰੋਗਰਾਮ ਦੀ ਮਹਿਮਾਨ ਰੀਨਾ ਜੀ। ਹਾਂਜੀ ਮੈਮ, ਨਮਸਕਾਰ। ਸਤਿ ਸ਼੍ਰੀ ਅਕਾਲ ਮੈਮ, ਥੈਂਕ ਯੂ। ਸਾਡੇ ਦਰਸ਼ਕ ਜਿਹੜੇ ਬਹੁਤ ਵੱਡੀ ਗਿਣਤੀ 'ਚ ਨੇ ਤੁਹਾਡੇ ਬਾਰੇ ਜਾਣਨਾ ਚਾਹੁੰਦੇ ਨੇ, ਤੁਹਾਡੀ ਸਟਰਗਲ ਬਾਰੇ ਔਰ ਤੁਹਾਡੀ ਇੱਕ ਜ਼ਿੰਦਗੀ ਜਿਹੜੀ ਬਾਕੀਆਂ ਲਈ ਪ੍ਰੇਰਨਾ ਸਰੋਤ ਹੈ। ਮੈਂ ਚਾਹੁੰਦੀ ਤੁਸੀਂ ਸਾਡੇ ਦਰਸ਼ਕਾਂ ਨੂੰ ਆਪਣੇ ਬਾਰੇ ਦੱਸੋ। ਹਾਂਜੀ, ਸਤਿ ਸ਼੍ਰੀ ਅਕਾਲ ਸਰ। ਮੈਂ रीना बोल रही हूँ, रामा मंडी जलंधर कैंट तो स्टेशन को। तो अपन ने शुरू किए यहाँ पे ना 8-9 साल लगभग हो गए हैं। 2016 से ਆਪਾਂ ਇੱਥੇ ਆਏ ਸੀਗੇ। ਢਾਬਾ ਛੋਟਾ ਸਾ ਖਾਣੇ ਦਾ ਕੰਮ ਕੀਤਾ ਸੀਗਾ ਸ਼ੁਰੂ। ਤੇ ਅੱਜ ਮੈਂ ਬਹੁਤ ਵਧੀਆ ਮਤਲਬ यहाँ पे काम ਕਰਦੀ ਹਾਂ। ਵਧੀਆ ਕੰਮਕਾਜ ਹੈਗਾ ਹੈ। ਬੱਚੇ ਪੜ੍ਹਾ ਲਿਖਾ ਲਏ ਇੱਥੋਂ ਤੇ ਹੁਣ ਬੱਚੇ भी मेरे एजुकेटेड हैं। तो मैं भी खुद एजुकेटेड फैमिली से प्लस रिच फैमिली से बिलोंग करती हैं। पर मेरे हिसाब नाल काम छोटा बड़ा कोई नहीं होता। काम होता है, करने की लगन चाहिए होती है। ठीक है, मैं दिल्ली तो बिलोंग करती हैं, मेरी रिच फैमिली हैगी। उदा मतलब मम्मा भी मेरे नर्स सीगे हॉस्पिटल में, ज़िला बिजनौर पड़ता है, वहाँ पे हम छोटे छोटे थे। सेम एज, सेम सारी चीज़ें जो मेरे साथ बीती है मेरी लाइफ में, वो साड़ी मम्मा नाल भी बीती है। क्योंकि साढ़े पापा भी उसी एज में मतलब पूरे हो गए सीगे जिस एज में मेरे हस्बैंड पूरे हुए। शायद वो इतिहास दोबारा दोहरा के आया है मेरे साथ, पर मैं उसकी कल्पना नहीं कर सकती थी कि ऐसा भी हो सकता है कि एक माँ की ज़िंदगी एक बेटी के साथ मैच हो जाएगी। इतनी होएगी कि एक माँ को भी उसके साथ संघर्ष करना पड़ा, वही संघर्ष उस बेटी को भी करना पड़ा। क्योंकि पापा भी हमारे साढ़े डेथ हो गई थी काफ़ी साल पहले, छोटे छोटे निक्के निक्के सीगे असी। तो साड़ी मम्मा ने बड़ी मेहनत नाल सानू पढ़ाया लिखाया, सिखाया कि रहन सहन कैसे होना चाहिए, किस तरीके से आप बड़े लोगों से बर्ताव करोगे। ठीक है, तो मैम मैं मेरे हस्बैंड को 2009 में अप्रैल डेथ हो गई थी। बहुत मुश्किल देखी अपा। मेरी मम्मा ने सानू घर अपना हैगा। मेरे हस्बैंड की एक आ वधिया गल हुई कि वो घर अपना बना के दे गए मैनू। तो वो घर बना के दे गए। तो मेरी मम्मा ने उन्होंने डेथ के बाद साल बाद ऊपर सारा पोर्शन बनवाया मम्मा ब्रदर ने मेरे। तो आप उसमें किराएदार रखे। उन्होंने मैं कपड़े धोंदी सी,
ਉਹਨਾਂ ਦੀ ਰੋਟੀ ਬਣਾਉਣੀ ਸੀਗੀ। ਅੰਦਰ ਹੀ ਅੰਦਰ ਮੈਂ 15 ਸਾਲ ਹੋ ਗਏ ਮੇਰੇ ਹਸਬੰਡ ਨੂੰ ਡੈਥ ਹੋਏ, ਤੇ ਅੰਦਰ ਹੀ ਅੰਦਰ ਮੈਂ ਕੰਮ ਕੀਤਾ, ਬੱਚੇ ਨੂੰ ਪੜਾਇਆ। ਫਿਰ ਮੈਨੂੰ ਆ ਜਗ੍ਹਾ ਲੱਭੀ ਸਟੇਸ਼ਨ ਕੈਂਟ ਤੇ, ਕਿਸੇ ਨੇ ਮੈਨੂੰ ਦੱਸਿਆ ਕਿ ਵੀ ਉੱਥੇ ਜਾ ਕੇ ਤੁਸੀਂ ਰੋਟੀ ਵਗੈਰਾ ਦਾ ਕੰਮ ਕਰ ਸਕਦੇ ਹੋ। ਤੁਸੀਂ ਬੜੀ ਦਲੇਰੀ ਤੇ ਬੜੇ ਹੌਸਲੇ ਦੇ ਨਾਲ ਉੱਭਰੇ ਹੋ। ਤੇ ਮੈਨੂੰ ਇਹ ਦੱਸੋ ਕਿ ਕਿੱਦਾਂ ਮੌਕਾ ਬਣਿਆ, ਕਿਉਂਕਿ ਜਦੋਂ ਅਸੀਂ ਬੱਸ ਅੱਡੇ ਦੀ ਗੱਲ ਬੱਸ ਸਟੈਂਡ ਦੀ ਗੱਲ ਕਰਦੇ ਹਾਂ, ਰੇਲਵੇ ਸਟੇਸ਼ਨ, ਔਰ ਇਹ ਦਿਨ ਰਾਤ ਚੱਲਦਾ ਹੈ। ਇੱਥੇ ਜ਼ਿਆਦਾਤਰ ਦੁਕਾਨਾਂ ਜਿਹੜੀਆਂ ਮੋਟਰਾਂ ਗੱਡੀਆਂ ਵੀ ਆਉਂਦੀਆਂ ਨੇ ਜਾਂ 3 ਵੀਲਰ ਆਉਂਦੇ, ਉਹ ਆਦਮੀ ਚਲਾਉਂਦੇ ਆ। ਹਾਂਜੀ। ਤੇ ਤੁਸੀਂ ਇੱਥੇ ਕੋਈ ਹੋਰ ਲੇਡੀ ਹੈ, ਕੋਈ ਹੋਰ ਔਰਤ ਹੈ ਜੋ ਤੁਹਾਡੇ ਵਾਲਾ ਕੰਮ ਕਰਦੀ ਹੈ ਇੱਥੇ? हाँ जी मैम, यहाँ पे डर तो बहुत लगता सीगा, क्योंकि इतने हुण तो फिर काफ़ी मतलब लोग की जान पहचान दे हो गए। उस टाइम तो मैनू कोई भी नहीं जानता सीगा, तो उधर तो डर बहुत लगता है कि राती घर जाना। पहले तो आपां छेती बंद कर दिया करते सीगे दुकान, हुण आपां अपने सब वाकफ हो गए, सारे जितने भी ऑटो वाले हैं अंदर जो स्टाफ है वो सारे वाकफ है। कोई प्रॉब्लम होती है कॉल कर दो, सब ने नंबर दिया हुआ है अंदर कैंट में, यहाँ रेलवे स्टेशन पे भी सब ने नंबर दिता है कि मैडम कोई प्रॉब्लम हो सानू कॉल करो, असी तुहाडे लिए हाजिर हैगे। रीना जी, ਜਿਹੜਾ ਤੁਹਾਡਾ ਫੂਡ ਕਾਊਂਟਰ ਹੈ ਜਿੱਥੇ ਤੁਸੀਂ ਇਹ ਸਾਰਾ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੰਮ ਕਰਦੇ ਹੋ, ਕੀ ਕੁਝ ਖਵਾਉਂਦੇ ਹੋ ਸਭ ਬਣਾ ਕੇ, ਔਰ ਕੀ ਕੁਝ ਤੁਸੀਂ ਤਿਆਰ ਕਰਦੇ ਹੋ? मैम ਆਪਾਂ ਰੋਟੀ, ਆਲੂ ਦੇ ਪਰੌਂਠੇ, ਦਹੀਂ ਨਾਲ, ਰਾਇਤੇ ਨਾਲ, ਬਹੁਤ ਟੇਸਟੀ ਹੁੰਦੇ ਪਰੌਂਠੇ। ਲੋਕੀ ਕਹਿੰਦੇ ਆ, ਸਾਨੂੰ ਨਹੀਂ ਪਤਾ ਕਿਉਂਕਿ ਇਸ ਵਿੱਚ ਰਹਿ ਕੇ ਅਸੀਂ ਖਾਣਾ ਭੁੱਲ ਗਏ ਆਲੂ ਦੇ ਪਰੌਂਠੇ। ਤੇ ਉਹਦੇ ਨਾਲ ਆਪਾਂ ਥਾਲੀ ਹੈਗੀ ਹੈ ਸਾਡੀ, ਜਿਸ ਵਿੱਚ ਦਾਲ, ਚਾਵਲ, सब्जी, रोटी सारा कुछ होता है। तो आप वो भी थाली मतलब रेलवे में अंदर भी जाती है, तो बाहर भी लोग PAP है यहाँ पे मुलाजिम है, वो लोग पैक करा के लेके जाते हैं। ਤੇ ਜਿਹੜਾ ਤੁਸੀਂ ਸਾਰਾ ਕੁਝ ਇੱਥੇ ਪਰੋਸਦੇ ਹੋ ਆਪਣੇ ਜਿਹੜੇ ਵੀ ਲੋਕ ਆਉਂਦੇ ਨੇ ਇੱਥੇ ਲੈਣ ਖਾਣਾ ਖਾਣ, ਕਸਟਮਰ ਨੂੰ, ਆਪਣੇ ਕਸਟਮਰਸ ਨੂੰ, ਤੇ ਤੁਸੀਂ ਇੱਥੇ ਆ ਕੇ ਬਣਾਉਂਦੇ ਹੋ, ਘਰੋਂ ਬਣਾ ਕੇ ਲਿਆਉਂਦੇ ਹੋ? नो मैम, ये एक्चुअली मैं घर 5:30 बजे उठ जाती हैं, तो आप दाल, सब्जी, आलू का मसाला, प्याज वगैरह वो आप घरों ही मतलब तैयार करते। तो एक साडे नाल वर्कर कह लो या साडी माँ कह लो, वो 6 साल ते मेरे नाल हैगे, तो वो सवेरे 6:30 बजे, 6:45 बजे मेरे को आ जाते हैं, तो नाल समान लैके दुकान पे पहुँच जाते हैं। तो असी दाल, सब्जी, चावल तो रोटी इत्थे आके बनाते हैं, तो वो आके दुकान लगाते हैं। फिर मैं बाद च आधे पौने घंटे बाद मैं दुकान पर आके तो फिर होर तैयारी मैं आप कर दिएंगी। ਤੇ ਤੁਸੀਂ ਆਪਣਾ ਇਹ ਕਾਊਂਟਰ ਕਿੰਨੇ ਵਜੇ ਖੋਲ ਲੈਂਦੇ ਹੋ, ਤੇ ਹੋਰ ਕੌਣ ਤੁਹਾਡੀ ਮਦਦ ਕਰਦਾ ਇਹਦੇ ਵਿੱਚ? हाँ जी मैम, ये आप 7 बजे यहाँ आ जाते हैं, मतलब काउंटर खोलते हैं 7 बजे। 7 तो लैके 11:30, कभी कभी 12:30 भी राती बज जाते हैं, क्यों कस्टमर कभी घट तो कभी वध। तो साड़ी एक आंटी हैगे, तो साढ़े एक अंकल हैगे, एक मुंडा हैगा अपने नाल सागर, तो एक लेडी हैगी शिवाली। आप सारे मिल के, तो एक मेरे नाल दे हैंगे जोगा सिंह जी, तो जो मेरी बहुत हेल्प करते हैं। मैनू कमर की प्रॉब्लम हो गई सीगी, तो उन्होंने लैके जाना आना काफ़ी मतलब मेरी हेल्प कर देंगे। उन्होंने भी मैं बहुत बहुत शुक्रिया कर दी हैगी। ਤੁਹਾਨੂੰ ਜਦੋਂ ਜ਼ਿੰਦਗੀ 'ਚ ਚੁਣੌਤੀ ਆ ਗਈ, ਤੁਹਾਡੇ ਹਮਸਫਰ ਸਾਥ ਛੱਡ ਗਏ, ਚਲੇ ਗਏ ਹੈ ਨਾ ਇਸ ਦੁਨੀਆ ਤੋਂ, ਤੇ ਇੱਕ ਚੁਣੌਤੀ ਬੜੀ ਵੱਡੀ ਖੜੀ ਹੋਈ ਕਿ ਬੱਚੇ ਕਿੱਦਾਂ ਪਾਲਨੇ ਨੇ। हाँ जी। ਉਹ ਸਫ਼ਰ ਕਿਵੇਂ ਤੈਅ ਕੀਤਾ? ਬੱਚਿਆਂ ਦੀ ਪੜ੍ਹਾਈ, ਬੱਚਿਆਂ ਨੂੰ ਕਿੱਥੇ ਤੱਕ ਪਹੁੰਚਾਇਆ? बच्चे भी मेरे 9 साल का बेटा सीगा, 14 साल की बेटी सीगी, उदा बच्चे भी बड़े बढ़िया स्कूल च पढ़ते सीगे, बहुत लायक सीगी पढ़ने में। फीस देने लिए पैसे नहीं होंदे सीगे, मतलब कि बहुत ज़्यादा स्ट्रगल करा। तो आप प्रिंसीपल दे हाथ जोड़ने कि मैम बच्चे को पढ़ने दो, कोई बात नहीं, असी पैसे दे देने, पे कर देने, क्योंकि उस टाइम बहुत ज़्यादा साल तो मैं बहुत प्रॉब्लम में रही हूँ। थोड़ी बहुत मेरे ससुराल वालों ने थोड़ी बहुत हेल्प वगैरह करी है, पर कहते ना जदों तक अपना ना करिए कोई भी नहीं, फिर सारे बेगाने होंगे। तो बेटी के स्कूल के लिए चलो उसने +2 जैसे जैसे करी, बेटे को भी फिर वहाँ से निकाल के फ़ीस की प्रॉब्लम की वजह से तो दूसरे स्कूल में डाला है। बट दोनों बच्चे मेरे लिख गए हैं। तो बेटा भी मेरा आज BSc करता पे है, तो बेटी मेरी BSc करके मैरिज कर दी है। 2 साल हो गए मेरी बेटी को मैरिज करे। ਉਹਦੀ फैमिली बहुत वधिया फैमिली में मैरिज हुई है, तो वो हुण अज इंग्लैंड बैठी है मेरी कुड़ी। ਤੁਹਾਡੇ ਜ਼ਿਹਨ 'ਚ ਕਿਹੜੇ ਲੋਕਾਂ ਦੇ ਚਿਹਰੇ ਉੱਭਰਦੇ ਨੇ, ਕਿਹੜੇ ਲੋਕਾਂ ਦੇ ਨਾਮ ਆਉਂਦੇ ਨੇ ਜਿਹੜੇ ਤੁਹਾਡਾ ਸਹਾਰਾ ਬਣੇ? बहुत हैं मैम, ऐसे बहुत हैं। एक मैं आपको बताती हूँ कि मेरी बेटी के लिए बस के लिए मेरे पास बस वास्ते मेरे पास ना पेमेंट नहीं होती थी, फ़ीस पे नहीं कर पाती थी, किराया नहीं होता था बस के लिए क्योंकि मंथली लगा हुआ था। बट उन्होंने आके मुझे बोला कि मैम आप फ़िक्र मत करो, कोई बात नहीं दीदी,
ਕਿ ਮੇਰੇ ਹਸਬੰਡ ਇੱਦਾਂ ਦੇ ਕਿ ਸੀਗੇ ਨਾ, ਤੇ ਜਦੋਂ ਬੇਟੀ ਨੇ ਮੇਰੀ ਜਾਣਾ ਨਾ, ਉਸ ਡਰਾਈਵਰ ਦੀ ਜੇਬ 'ਚ 150 ਰੁਪਏ ਡੇਲੀ ਪਾ ਦੇਣੇ, ਕਿਉਂਕਿ ਕੰਮ ਦੀ ਕੋਈ ਕਮੀ ਨਹੀਂ ਸੀਗੀ ਜਦੋਂ ਤੱਕ ਮੇਰੇ ਹਸਬੰਡ ਸੀਗੇ। ਤੇ ਅਸੀਂ ਤਾਂ ਬਾਹਰ ਵੀ ਨਿਕਲ ਕੇ ਨਹੀਂ ਦੇਖਿਆ ਸੀਗਾ ਕਿ ਮਤਲਬ ਕਿਹੜੀ ਰਾਹ ਕਿਹੜੇ ਵਿੱਚ ਜਾਂਦੀ ਹੈ, ਸਾਨੂੰ ਨਹੀਂ ਪਤਾ ਸੀਗਾ। ਹੁਣ ਸਾਨੂੰ ਸਾਰਾ ਕੁਝ ਪਤਾ ਹੈਗਾ ਜਦ ਆਪਣੇ ਸਿਰ 'ਤੇ ਪਈ ਹੈ। ਤੇ ਉਹ ਉਸ ਬੰਦੇ ਨੇ ਸਰ 1 ਸਾਲ ਪੂਰੇ ਮੇਰੀ ਕੁੜੀ ਨੂੰ ਫ੍ਰੀ 'ਚ ਲੈ ਕੇ ਗਏ ਹੈ। ਉਹ ਕਹਿ ਲਓ ਰੱਬ ਦਾ ਰੂਪ ਸੀਗਾ, ਭਾਵੇਂ ਮੇਰਾ ਭਰਾ ਸੀਗਾ, ਭਾਵੇਂ ਮੇਰਾ ਭਾਈ ਸੀਗਾ, ਭਾਵੇਂ ਮੇਰਾ ਬੇਟਾ ਦਾ ਰੂਪ ਸੀਗਾ, ਮੈਨੂੰ ਨਹੀਂ ਪਤਾ, ਪਰ ਉਹ 1 ਸਾਲ ਲੈ ਕੇ ਗਏ। ਉਹ ਇਸ ਕਰਕੇ ਕਿ ਮੇਰੇ ਹਸਬੰਡ ਦੀ ਨੇਕੀ ਸੀਗੀ ਉਹਨਾਂ ਦੇ ਨਾਲ, ਕਿ ਮੇਰੇ ਹਸਬੰਡ ਉਹਨਾਂ ਨੂੰ 50-100 ਰੁਪਏ ਉਹਦੇ ਵਿੱਚ ਜੇਬ 'ਚ ਪਾ ਦਿੰਦੇ ਸੀਗੇ ਕਿ ਚੱਲ ਕੁੜੀ ਦਾ ਧਿਆਨ ਰੱਖੀ। ਤੇ ਉਹ ਮਤਲਬ ਸਕੂਲ ਤੇ ਥੋੜੀ सी दूर कुड़ी ਨੂੰ उतार देना, कि मतलब थोड़ी दूर उतार देना कि भाई आगे कॉलेज वालों को पता ना चले, स्कूल वालों को, कि भाई इसमें आती है ये। बेटी ने आके मेरे से एक दिन जब आके रोने लगी, कहती मम्मा मुझे ना ऑटो वाला बस वाले अंकल ना दूर उतार देते हैं, सारे बच्चे अंदर तक जाते हैं। मैं क्या कोई बात नहीं बच्चे, और ऐसे होता है, मैंने ही कहा है कि आप पैदल चलोगे, आपकी सेहत है थोड़ी ज़्यादा है, थोड़े आप पतले हो जाओगे, क्योंकि मेरी बेटी थोड़ी हेल्दी सी। फिर उसको थोड़ा होश आया, 2-3 दिन बाद मैंने उसे समझाया, मैंने कहा बेटा ऐसी ऐसी प्रॉब्लम है। तो मेरी बेटी 9th से लेके +2 तक मेरी बेटी ने स्कूल से आके फिर पूरा कमरा मेरा भरा होता था। 100 रुपये में वो 10-20 बच्चों को ट्यूशन पढ़ाया करती थी। ट्यूशन पढ़ा के उसने अपनी फ़ीस पे करनी, प्लस मेरे छोटे वाले बेटे को भी उसने संभाला। मैं कट माँ हैगी, मेरी बेटी मेरे बेटे ਦੀ ਜ਼ਿਆਦਾ ਮਾਂ ਹੈਗੀ ਹੈ। ਰੀਨਾ, ਜਿਵੇਂ ਤੁਸੀਂ ਰੇਲਵੇ ਸਟੇਸ਼ਨ ਤੇ ਹੋ, ਕੈਂਟ ਦਾ ਰੇਲਵੇ ਸਟੇਸ਼ਨ ਹੈ ਨਾ, ਇੱਥੇ ਇੰਨੀਆਂ ਸਾਰੀਆਂ ਦੁਕਾਨਾਂ ਨੇ ਔਰ ਆਟੋ ਰਿਕਸ਼ਾ ਵਾਲੇ ਆ, ਤਰ੍ਹਾਂ ਤਰ੍ਹਾਂ ਦੀਆਂ ਸਵਾਰੀਆਂ, ਲੋਕ ਲੰਘਦੇ ਨੇ ਇੱਥੋਂ, ਤੇ ਕਦੇ ਕੋਈ ਇਦਾਂ ਦਾ ਮੌਕਾ ਨਹੀਂ ਆਇਆ ਕਿ ਤੁਹਾਨੂੰ ਲੱਗਾ ਹੋਵੇ ਕਿ ਇਹ ਮੇਰੇ ਲਈ ਸੁਰੱਖਿਅਤ ਨਹੀਂ ਹੈ, ਜਾਂ ਕਦੇ ਕੋਈ ਔਖਾ ਵੇਲਾ ਆਇਆ ਹੋਵੇ ਇਦਾਂ ਦਾ? नो मैम, इदा तो कोई नहीं होया, क्योंकि सारे लगभग लोग जानने लग गए हैं। लेकिन इदा होता है कि कई कस्टमर ड्रिंक करके आते हैं, तो ये बोलते हैं कि सानू 12:30 11:30 का अभी हो गया था कि भाई मतलब शॉप बढ़ानी है, 11:30 तक का हमें टाइम मिलता था। बट ऐसे लोग आ जाते थे कि उन्होंने कहना मैम नहीं सानू रोटी बना के दो, हले बना के दो, कि एक बारी जो इदा का कुछ हो जाता है, माहौल बन जाता, तो सारे जितनी भी दुकान वाले हैं सारे रल मिल के आके वो मसला सॉल्व कर दें। ਤੁਹਾਡੀ ਲਾਈਫ 'ਚ ਕੋਈ ਇਦਾਂ ਦਾ ਵਿਅਕਤੀ ਵੀ ਆਇਆ ਜਾਂ ਇਦਾਂ ਦੇ ਲੋਕ ਵੀ ਆਏ, ਜਾਂ ਕੋਈ ਔਰਤ ਹੋ ਸਕਦੀ ਹੈ ਜਿਹਨੂੰ ਤੁਹਾਡੀ ਮਦਦ ਦੀ ਲੋੜ ਹੋਈ, ਜਿਹਦੀ ਤੁਸੀਂ ਮਦਦ ਕੀਤੀ ਹੋਵੇ, ਭਾਵੇਂ ਤੁਸੀਂ ਆਪ ਸੈਂਕੜੇ ਮੁਸੀਬਤਾਂ 'ਚ ਘਿਰੇ ਹੋ? ਇੱਥੇ ਕਈ ਲੋਕ ਹੀ ਆਉਂਦੇ ਜਿੱਦਾਂ ਮਤਲਬ ਖਾਣ ਪੀਣ ਵਾਸਤੇ, ਕਿ ਜਿਨ੍ਹਾਂ ਦੇ ਕੋਲ ਪੈਸੇ ਨਹੀਂ ਹੁੰਦੇ, ਕਿ ਆ ਵੀ ਮੈਡਮ ਸਾਡੇ ਕੋਲ ਕਿਰਾਇਆ ਨਹੀਂ ਹੈਗਾ, ਮੈਡਮ ਸਾਨੂੰ ਇੰਨੇ ਘੱਟ ਪੈਸੇ 'ਚ ਰੋਟੀ ਦੇ ਦਿਓ, ਅਸੀਂ ਖਿਲਾ ਦਿੰਦੇ ਹਾਂ। ਤੇ ਇੱਕ ਲੇਡੀ ਹੈਗੀ ਮੇਰੇ ਨਾਲ ਦੀ, ਉਹ ਮੇਰੇ ਕੋਲ ਨਾ ਰੋਟੀ ਲੈਣੇ ਆਉਂਦੀ ਸੀਗੀ। ਉਹ ਵੀ ਬਹੁਤ ਵਧੀਆ ਐਜੂਕੇਟਿਡ ਤੇ ਪੜ੍ਹੀ ਲਿਖੀ ਫੈਮਿਲੀ ਤੋਂ ਤੇ ਰਿਚ ਫੈਮਿਲੀ ਤੋਂ ਬਿਲੋਂਗ ਕਰਦੀ ਹੈਗੀ ਹੈ। ਉਹਨੇ ਮੈਨੂੰ ਕਿਹਾ ਕਿ ਦੀਦੀ ਮੈਂ ਨਾ ਇੱਦਾਂ ਪਰੇਸ਼ਾਨੀ 'ਚ ਹੈਗੀ ਹੈ, ਤੇ ਮੈਂ ਕਿਹਾ ਕੋਈ ਗੱਲ ਨਹੀਂ। ਉਹ ਆਪਾਂ ਉਹਦੇ ਲਈ ਆਪਣੇ ਨਾਲ ਦਾ ਕਾਊਂਟਰ ਹੈਗਾ, ਉਹਨੂੰ ਆਪਣੇ ਨਾਲ ਰੱਖਿਆ ਪਹਿਲੇ। ਮੈਂ ਕਿਹਾ ਤੂੰ ਪਹਿਲੇ ਕੰਮ ਸਿੱਖ ਲੈ। ਉਹ 2 ਤੋਂ 3 ਮਹੀਨੇ 4 ਮਹੀਨੇ ਮੇਰੇ ਕੋਲ ਰਹੀ ਇੱਥੇ ਇसी ਕਾਊਂਟਰ ਤੇ। ਪਰਲਾ ਕਾਊਂਟਰ ਉਹਨੂੰ ਮੈਂ ਦਿੱਤਾ ਨਾਲ ਦਾ, ਉਹ ਮੇਰਾ ਵਿਹਲਾ ਸੀਗਾ, ਕਿ ਉਹਦੇ ਵਿੱਚ ਗਰਮੀਆਂ ਦਾ ਸਮਾਂ ਸੀਗਾ, ਤੇ ਉਹ ਠੰਡਾ ਲੱਸੀ ਤੇ ਆਪਣਾ ਕੋਲਡ ਡਰਿੰਕ ਵਗੈਰਾ ਉਹ ਰੱਖ ਕੇ, ਆਪਣਾ ਪਾਣੀ ਵਗੈਰਾ ਰੱਖ ਕੇ ਬੈਠੀ। ਜਿਹੜੀ ਵੀ ਮਤਲਬ ਉਹ ਉਸकी ਪ੍ਰੋਫਿਟ ਸੀਗਾ ਉਹ ਸਾਰਾ ਉਹਦਾ ਹੀ। ਆਪਾਂ ਨਾ ਉਹਨੂੰ ਕੁਝ ਦਿੱਤਾ ਨਾ ਲਿੱਤਾ, ਸਿਰਫ ਇੱਕ ਉਹਦੀ ਹੈਲਪ ਕੀਤੀ, ਇਸ ਕਰਕੇ ਕਿ ਉਹਦੇ ਨਿੱਕੇ ਨਿੱਕੇ ਨਿਆਣੇ, ਇੱਕ ਮੁੰਡਾ ਉਹਦਾ 2.5 ਸਾਲ ਦਾ ਹੈ ਤੇ 5 ਸਾਲਾਂ ਦੀ ਉਹਦੀ ਕੁੜੀ ਹੈਗੀ ਹੈ। ਉਹ ਬੱਚਿਆਂ ਕਰਕੇ ਜਿੱਦਾਂ ਮੈਨੂੰ ਆਪਣੇ ਬੱਚਿਆਂ ਦੇ ਚੇਤੇ ਆਉਂਦੇ ਕਿ ਬਈ ਮੇਰਾ ਬੇਟਾ ਨਿੱਕਾ ਸੀਗਾ। ਇੱਕ ਸਮਾਂ ਦੀ ਗੱਲ ਹੈਗੀ ਕਿ ਸਾਡੇ ਕੋਲ 5 ਰੁਪਏ ਨਹੀਂ ਸੀਗੇ ਦੁੱਧ ਵਾਸਤੇ ਮੇਰੇ ਕੋਲ, ਤੇ ਮੇਰਾ ਬੇਟਾ ਜੋ ਹੈ ਉਹ ਗਲਾਸ पे ਬਿਲਕੁਲ ਭਰ ਕੇ ਤੇ ਕਹਿੰਦਾ ਤਾਂ ਕਿ ਦੁੱਧ, ਕਹਿੰਦੇ ਬੱਚੇ ਜਿੱਦੀ ਹੁੰਦੇ ਹੈ, ਬਹੁਤ ਜਿੱਦੀ ਸੀਗਾ। ਉਹ ਦੁੱਧ ਕਹਿੰਦਾ ਛਲਕਤਾ ਹੋਣਾ ਚਾਹੀਦਾ, ਮੈਨੂੰ ਉੱਪਰ ਤੱਕ ਦੁੱਧ ਭਰ ਕੇ ਦਿਓ। ਤੇ ਦੁੱਧ ਸੀਗਾ ਨਹੀਂ ਸਾਡੇ ਕੋਲ, 5 ਰੁਪਏ ਨਹੀਂ ਸੀਗੇ, ਠੀਕ ਹੈ। ਤੇ ਆਪਾਂ ਉਹਦੇ ਵਿੱਚ ਪਾਣੀ ਮਿਲਾ ਕੇ ਮੈਂ ਆਪਣੇ ਬੇਟੇ ਨੂੰ ਦੁੱਧ ਦੇਣੀ ਸੀਗੀ। ਉਹ ਸਮਾਂ ਮੈਨੂੰ ਚੇਤੇ ਆਇਆ ਕਿ ਸ਼ਾਇਦ ਉਹੀ ਕਰਕੇ ਆਹ ਬੱਚੇ ਵੀ ਇੱਦਾਂ ਪਰੇਸ਼ਾਨ ਹੁੰਦੇ ਹੋਣਗੇ। ਤੇ ਆਪਾਂ ਨਾਲ ਦਾ ਕਾਊਂਟਰ ਦੇ ਕੇ ਉਹਨੂੰ ਕੰਮ ਸ਼ੁਰੂ ਕਰਾਇਆ। ਧੀਰੇ ਧੀਰੇ ਉਹਨੂੰ ਕੰਮ ਵਧੀਆ ਲੱਗਾ। ਉਹ ਮੇਰੇ ਨਾਲ ਅੱਜ ਲੇਡੀ ਬਰਾਬਰ ਦੀ ਖੜੀ ਹੈ, ਬਰਾਬਰ ਦਾ ਆਪਾਂ ਹਿੱਸਾ ਪਾ ਕੇ
ਉਸ ਲੇਡੀ ਨੂੰ ਉਹ ਸਾਡਾ ਇੱਕ ਹੋਰ ਢਾਬਾ ਹੈਗਾ, ਉਹਦੇ ਵਿੱਚ ਆਪਾਂ ਦੋਨੋਂ ਪਾਰਟਨਰਸ਼ਿਪ ਕਰਦੇ ਆ, ਅਸੀਂ ਇਕੱਲੀ ਕਰਦੀ ਮੈਂ। ਜਿਹੜੀ ਸਾਰੀ ਗੱਲਬਾਤ ਹੋਈ ਇਹ ਹੋਈ ਤੁਹਾਡੀ ਮਿਹਨਤ ਦੀ, ਤੁਹਾਡੀ ਸਟਰਗਲ ਦੀ, ਕੰਮ ਦੀ, ਹੈ ਨਾ, ਜਿਹਦੇ ਨਾਲ ਰੋਜ਼ੀ ਰੋਟੀ ਚੱਲਦੀ ਹੈ। ਤੁਹਾਡੇ ਸ਼ੌਕ ਕੀ ਹੈ ਤੇ ਸ਼ੌਕ ਲਈ ਹੁਣ ਟਾਈਮ ਨਿਕਲ ਆਉਂਦਾ ਹੈ, ਕੱਢ ਲੈਂਦੇ ਹੋ ਟਾਈਮ? ਨਾ ਮੈਮ, ਐਕਚੁਅਲੀ ਟਾਈਮ ਨਹੀਂ ਨਿਕਲਦਾ ਸਾਡੇ ਕੋਲੋਂ, ਕਿਉਂਕਿ ਅਸੀਂ ਸਵੇਰੇ 5:30 ਤੋਂ ਲੈ ਕੇ 11:30 ਤੱਕ ਇੱਥੇ ਹੀ ਰਹਿੰਦੇ ਤੇ ਇਸੇ ਸਮੇਂ ਮੈਂ ਅੱਜਕੱਲ ਮੋਬਾਈਲ ਤੇ ਆਪਾਂ ਮਾੜਾ ਮੋਟਾ ਕਵਾਲੀ ਕੋਲੀ ਜੇ ਭਗਤੀ ਗੀਤ ਆਹ ਸਾਰੇ ਸੁਣ ਲੈਂਦੇ। ਉੱਦਾਂ ਤਾਂ ਸ਼ੌਕ ਸਾਰੇ ਮਰ ਗਏ ਸਾਡੇ। ਉਹਦਾ ਸ਼ੌਕ ਬਤੇਰੇ ਸੀਗੇ, ਗੇਮਾਂ ਦਾ ਸ਼ੌਕ ਸੀਗਾ ਖੂਬ ਖੇਲਣੇ ਦਾ, ਬੈਡਮਿੰਟਨ, ਹਾਕੀ, ਵਾਲੀਬਾਲ, ਇਹ ਮੈਂ ਬਹੁਤ ਖੇਲਾ ਕਰਦੀ ਸੀਗੀ ਸਕੂਲ ਸਮਾਂ 'ਚ। ਤੇ ਹੁਣ ਜੋ ਹੈਗਾ ਮਾੜਾ ਮੋਟਾ ਆਪਾਂ ਉਹ ਸੁਣ ਲੈਂਦੇ ਆ ਸੰਗੀਤ ਵਗੈਰਾ ਗੀਤ। ਜੇ ਅੱਜ ਕੱਲ੍ਹ ਕੇ ਕਹੀਏ ਕਿ ਕੋਈ ਗਾਣਾ ਕੋਈ ਮੈਨੂੰ ਪੁੱਛੇ ਕਿ ਕਿਹੜਾ ਗਾਣਾ ਚੱਲਦਾ ਪਿਆ ਇਸ ਟਾਈਮ 'ਚ, ਇਸ ਸਦੀ 'ਚ, ਇਸ ਮਤਲਬ ਕਿ ਦਿਨ, ਇਸ ਸਾਲ, ਇਸ ਮੰਥ, ਮੈਂ ਨਹੀਂ ਦੱਸ ਸਕਦੀ ਕਿਉਂਕਿ ਮੈਨੂੰ ਪਤਾ ਹੀ ਨਹੀਂ ਕਿਹੜਾ ਕਲਾਕਾਰ ਹੈਗਾ ਹੈ ਕਿਹੜਾ ਨਹੀਂ ਹੈਗਾ। ਸਾਨੂੰ ਆਪਣੇ ਰੋਜੀ ਤੇ ਆਪਣੇ ਪਰੌਠੋ ਤੇ ਸਾਨੂੰ ਪੁੱਛ ਲਿਆ ਕੋਈ ਅਸੀਂ ਕੀ ਬਣਾਇਆ, ਅਸੀਂ ਕਹਿੰਦੇ ਆਲੂ ਗੋਭੀ ਦੀ ਸਬਜ਼ੀ ਹੈ, ਦਾਲ ਹੈ, ਚਾਵਲ ਹੈ, ਰੋਟੀ ਹੈ, ਸਾਨੂੰ ਇੱਦਾਂ ਪਤਾ ਹੈ। ਤੇ ਅਸੀਂ ਫਿਰ ਆਪਣੇ ਘਰ ਤੋਂ ਆਪਣੀ ਦੁਕਾਨ ਤੋਂ, ਬਸ ਹੋਰ ਸਾਨੂੰ ਕੋਈ ਸ਼ੌਕ ਨਹੀਂ ਰਹਿ ਗਿਆ ਮੈਮ ਹੁਣ ਤੋਂ। ਇੱਕ ਸਵਾਲ ਮੈਂ ਹੋਰ ਪੁੱਛਣਾ। ਹਾਂਜੀ ਰੀਨਾ ਜੀ, ਔਰਤਾਂ ਬਹੁਤ ਸਾਰੀਆਂ ਨੇ, ਵੱਖ-ਵੱਖ ਪੱਧਰਾਂ ਤੇ ਕੰਮ ਕਰਦੀਆਂ ਨੇ, ਚਾਹੇ ਵੱਡੇ ਬਿਜ਼ਨਸ ਚਲਾਉਂਦੀਆਂ ਨੇ ਜਾਂ ਵੱਡੇ ਅਹੁਦਿਆਂ ਤੇ ਨੇ, ਜਾਂ ਜਿਵੇਂ ਤੁਹਾਡੇ ਵਾਂਗ ਆਪਣਾ ਕੰਮ ਕਰਦੀਆਂ। ਹਾਂਜੀ, ਜ਼ਿੰਮੇਵਾਰੀਆਂ ਪੂਰੀਆਂ ਨਹੀਂ ਬਣਦੀਆਂ ਉਹ, ਹੈ ਨਾ? ਜੀ। ਸਵੇਰ ਤੋਂ ਸ਼ਾਮ ਤੱਕ ਥੱਕ ਟੁੱਟ ਜਾਂਦੀਆਂ ਪਰ ਕੰਮ ਆਪਣਾ ਨਹੀਂ ਰੋਕਦੇ ਮੈਮ। ਆਪਣੀ ਸਿਹਤ ਦਾ ਧਿਆਨ ਰੱਖਦੇ ਹੋ? ਸਿਹਤ ਦਾ ਕਦੇ ਚੈੱਕਅਪ ਕਰਾਇਆ? ਕਿੰਨੀ ਦੇਰ ਬਾਅਦ ਕਰਾ ਲੈਂਦੇ ਹੋ ਜਾਂ ਵੇਟ ਕਰਦੇ ਹੋ कि हले प्रॉब्लम कोई नहीं तो चेकअप की लोड़ नहीं? नो। सेहत लिए कितने अवेयर हो अपनी? नहीं, सेहत का भी ख्याल, सेहत का मेरे तो ज़्यादा मेरे बच्चे बड़ा ख्याल रखते। मेरा शुगर वगैरह 2-3 महीने बाद मैं जरूर टेस्ट करानी। मैनू शुगर तो बहुत डर लगता है कि शुगर ना होए। तो उदा मैनू बैक पेन हैगी है, जिदा मतलब कहते ना कि मनका हिला हुआ है मेरा, तो मैं बेल्ट ला के मैं काम करती हैं कि मैंने जाके अपना चैकअप जरूर कराने, ताई मैं अज घट्टो घट दिन तो वधिया है। नाले मैं 48 ईयर्स की हो गई हैगी ਤੇ ਮੈਂ ਇਸ ਕਰਕੇ ਵਧੀਆ ਹੈਗੀ ਕਿ ਲੋਕੀ ਮੈਨੂੰ ਕਹਿੰਦੇ ਵੀ ਐ ਮੈਮ ਤੁਸੀਂ ਕੀ ਖਾਂਦੇ? ਮੈਮ ਤੁਸੀਂ ਖਾਣਾ ਮੇਰਾ ਸਿਰਫ ਇੱਕ ਫੁਲਕਾ ਤੇ ਥੋੜੇ ਸੇ ਚੌਲ ਹੈਗੇ ਐ। ਤੁਹਾਨੂੰ ਦੇਖ ਕੇ, ਤੁਹਾਡੀਆਂ ਗੱਲਾਂ ਸੁਣ ਕੇ ਤੁਹਾਡੀ ਜ਼ਿੰਦਗੀ ਦੇ ਪ੍ਰਤੀ ਖੁਸ਼ੀ ਤੇ ਜਿਹੜੀ ਕਿ ਸੈਟੀਸਫੈਕਸ਼ਨ ਹੈ, ਤਸੱਲੀ ਨਜ਼ਰ ਆਉਂਦੀ ਹੈ। ਪਰ ਜੇ ਤੁਹਾਨੂੰ ਕੁਦਰਤ ਮੌਕਾ ਦੇਵੇ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਕੋਈ ਸਮਾਂ ਬਦਲ ਸਕੋ ਤਾਂ ਕਿਹੜਾ ਬਦਲਣਾ ਚਾਹੋਗੇ? ਸਮਾਂ ਤਾਂ ਮੈਂ ਬਦਲਣਾ ਚਾਹੁੰਦੀ ਕਿ ਮੈਂ ਫਿਰ ਸੇ ਬੱਚਾ ਬਣ ਜਾऊँ, क्योंकि जो माँ प्यो के घर मैं जिंदगी जीती ना वो बहुत बेटर जीती है। मैं चाहती कि फिर मैं उन्हों का बच्चा बन के उन्होंने मगर लगी रहा। जो जिद मेरी होंदी सी वो मेरी पूरी करते सी। मैं एक उस लाइफ को फिर दोबारा जीना चाहती, पर वो शायद पॉसिबल नहीं है। वो मरने के बाद पता नहीं कितने जाइए, कि ये बनिए कि नहीं बनिए, सानू नहीं पता। कहते ने कि ਜਿਹੜੇ ਲੋਕ ਬਹੁਤ ਸੰਘਰਸ਼ ਚੋਂ ਗੁਜ਼ਰਦੇ ਆ, ਬਹੁਤ ਮੁਸ਼ਕਿਲਾਂ ਚੋਂ ਗੁਜ਼ਰਦੇ ਨੇ, ਉਹਨਾਂ ਦੇ ਚਿਹਰੇ ਦੇ ਉੱਪਰ ਜ਼ਿੰਦਗੀ ਪ੍ਰਤੀ ਸ਼ਿਕਨ ਆ ਜਾਂਦੀ ਹੈ, ਉਹਨਾਂ ਦੇ ਸੁਭਾਅ ਵਿੱਚ ਕੁੜੱਤਨ ਥੋੜੀ ਜਿਹੀ ਘੁਲ ਜਾਂਦੀ ਹੈ। ਪਰ ਰੀਨਾ ਜੀ, ਤੁਹਾਨੂੰ ਮਿਲ ਕੇ ਖੁਸ਼ੀ ਹੋਈ। ਥੈਂਕ ਯੂ ਮੈਮ, ਬਹੁਤ ਵਧੀਆ ਲੱਗਾ। ਰੀਨਾ ਜੀ ਨੇ ਜਿੱਥੇ ਆਪਣੀ ਹਿੰਮਤ ਦੇ ਨਾਲ ਆਪਣੇ ਸੰਘਰਸ਼ ਦੇ ਵਿੱਚ ਜਿੱਤ ਪ੍ਰਾਪਤ ਕੀਤੀ, ਖੁਸ਼ੀ ਹਾਸਲ ਕੀਤੀ ਤੇ ਆਪਣੇ ਬੱਚੇ ਲਾਇਕ ਕੱਢੇ, ਅਸੀਂ ਤੁਹਾਨੂੰ ਸਲਾਮ ਕਰਦੇ ਹਾਂ। ਤੇ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲ ਕਰਨ ਲਈ ਸਾਡੇ ਪ੍ਰੋਗਰਾਮ 'ਚ। थैंक यू मैम, शुक्रिया जी।